मूसेवाला कतलकांड ਨੂੰ ਲੈ ਕੇ ਵੱਡਾ ਖੁਲਾਸਾ। ਸੂਤਰਾਂ ਮੁਤਾਬਕ ਰੰਗਦਾਰੀ ਨਹੀਂ ਬਦਲਾ ਲੈਣ ਲਈ ਕੀਤਾ ਗਿਆ ਸੀ ਕਤਲ। ਵਿੱਕੀ ਮਿੱਡੂ ਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਦਿੱਤਾ ਗਿਆ ਅੰਜਾਮ। ਸਿੱਧੂ ਮੂਸੇਵਾਲਾ ਨੂੰ ਸੀ ਖਤਰੇ ਦਾ ਅੰਦਾਜ਼ਾ। ਅਮਰੀਕਾ ਤੋਂ ਮੰਗਵਾ ਰਹੇ ਸੀ ਬੁਲਟ ਪ੍ਰੂਫ ਜੈਕਟ। ਹਥਿਆਰਾਂ ਦੇ ਡੀਲਰ ਵਿੱਕੀ ਮਾਨ ਸਲੌਦੀ ਨੇ ਨਿਊਜ਼ 18 ਨਾਲ ਸਾਂਝੀ ਕੀਤੀ ਮੂਸੇਵਾਲਾ ਨਾਲ ਹੋਈ ਗੱਲਬਾਤ। ਗੋਲਡੀ ਬਰਾੜ ਦੀ ਭੈਣ ਨੇ ਲਾਰੈਂਸ ਬਿਸ਼ਨੋਈ ਨਾਲ ਕਿਸੇ ਵੀ ਤਰ੍ਹਾਂ ਦੇ ਤਾਲੁਕ ਤੋਂ ਕੀਤਾ ਇਨਕਾਰ। ਨਿਊਜ਼ 18 ਤੇ ਬੋਲੇ, ਲਾਰੈਂਸ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਪਤੀ ਗੁਰਿੰਦਰ ਗੂਰਾ ਵੀ 1.5 ਸਾਲ ਤੋਂ ਜੇਲ੍ਹ 'ਚ ਹੈ ਬੰਦ। ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਇੱਕ ਹੋਰ ਸਾਥੀ ਗ੍ਰਿਫਤਾਰ। ਪੰਜਾਬ ਪੁਲਿਸ ਨੇ ਬਿਹਾਰ ਦੇ ਗੋਪਾਲਗੰਜ ਤੋਂ ਗੈਂਗਸਟਰ ਮੁਹੰਮਦ ਰਾਜਾ ਨੂੰ ਕੀਤਾ ਗ੍ਰਿਫਤਾਰ। ਲਿਆਂਦਾ ਜਾ ਰਿਹਾ ਪੰਜਾਬ। ਅਗਨੀਪਥ ਨੂੰ ਲੈ ਕੇ ਪੂਰੇ ਹਰਿਆਣੇ 'ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ। ਸੜਕਾਂ ਤੇ ਉਤਰੇ ਨੌਜਵਾਨ। ਕਈ ਥਾਈਂ ਸੜਕਾਂ ਤੇ ਰੇਲਵੇ ਲਾਈਨਾਂ ਤੇ ਲਾਏ ਧਰਨੇ। ਅਗਨੀਪਥ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਵੀ ਚੱਕੇ ਕੇਂਦਰ ਤੇ ਸਵਾਲ। ਬੋਲੇ, ਅਗਨੀਪਥ ਨਾ ਸਿਰਫ ਨੌਜਵਾਨਾਂ ਨਾਲ ਧੋਖਾ ਸਗੋਂ ਫੌਜ ਦਾ ਵੀ ਹੈ ਅਪਮਾਨ। ਬਿਨਾਂ ਸੋਚੇ ਸਮਝੇ ਲਿਆ ਫੈਸਲਾ, ਤੁਰੰਤ ਲਵੋ ਵਾਪਸ। का बेटा, एक टीचर का बेटा क्यों आ गया इतनी बड़ी कुर्सी पर? और उनको लगता था महीना 2 महीने चलेंगे, अब वो कह रहे हैं इनको चलानी भी आ गई सरकार। तो फिर अब उनको ये भी पता लग गया कि हमें पकड़ने भी लग गए ये। तो इनसे पूछिए ना कि क्या तो क्या पॉलिटिक्स कर रहे हैं, इनसे पूछिए। इनकलाब इनकलाब, ये जवाब है, ये जवाब है। आपको भी धमकियां मिल रही है क्या? भगत सिंह से डबल जिंदगी जी बैठे हैं, क्या धमकियां देंगे हम? 55 डिग्री सेल्सियस जैसलमेर और गंगानगर के बॉर्डर पर हमारे सैनिक काम कर रहे होते हैं, देश के लिए हमारी रक्षा कर रहे होते हैं। जब हम हीटर लगाकर सोते हैं बच्चों के साथ, तो वो कारगिल की पहाड़ियों में -20 डिग्रीज में काम कर रहे होते हैं। क्या आप उनको किराए पे रखोगे कि आ जाओ जी, 4 साल के बाद आपको भूतपूर्व सैनिक साबका बना देंगे? ये नेता तो कभी रिटायर नहीं होते हैं, सिर्फ जनता ही रिटायर होती है, और वो भी सैनिक। इसका विरोध करते हैं हम। ऐसा नहीं चाहिए, हमें फौज किराए पे नहीं चाहिए। फौज का मतलब फौज है। ये खुद ये गांव, इस गांव के बहुत से लड़के फौज में हैं, कुछ शहीद हुए हैं। तो हम सीना तान के खड़े हैं बॉर्डर पर, लेकिन आप हमारी तनख्वाह या पेंशन काट रहे हो, तो ये तो अच्छी बात नहीं है। क्या अपील करेंगे सर? मैं तो यही अपील करूंगा, ये जो कानून उन्होंने अग्निपथ वाला बनाया है, इसको वापस लें। हाँ, हमारे लड़के फौज में जाना चाहते हैं, उनकी देशभक्ति की कदर करें, और उनको जब तक वो देश की रक्षा करने के सक्षम हैं, तब तक उनको काम करना। सो रहे होते हैं। ਤਾਂ ਸੀਐਮ ਭਗਵੰਤ ਮਾਨ ਕੇਂਦਰ ਦੀ ਅਗਨੀਪਥ ਸਕੀਮ ਤੇ ਸਵਾਲ ਚੱਕ ਰਹੇ ਨੇ। ਉਹਨਾਂ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਕਿ ਇਹ ਅਪਮਾਨ ਹੈ। ਇਸ ਤਰੀਕੇ ਦੇ ਫੈਸਲੇ ਲੈਣਾ ਉਹਨਾਂ ਦਾ ਅਪਮਾਨ ਹੈ। ਹਰ ਕੋਈ ਦੇਸ਼ ਦੇ ਲਈ ਜਿਹੜਾ ਹੈ ਸੇਵਾ ਕਰਨੀ ਚਾਹੁੰਦਾ ਹੈ। ਬਹੁਤ ਨੌਜਵਾਨ ਨੇ ਜਿਹੜੇ ਫੌਜ 'ਚ ਜਾਣ ਨੂੰ ਲੈ ਕੇ ਉਤਸ਼ਾਹਿਤ ਨੇ, ਪਰ ਇਸ ਤਰੀਕੇ ਦੇ ਫੈਸਲੇ ਉਹਨਾਂ ਦੇ ਮਨੋਬਲ ਨੂੰ ਡੇਗਦੇ ਨੇ। ਭਗਵੰਤ ਮਾਨ ਸੰਗਰੂਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ, ਰੋਡ ਸ਼ੋਅ ਕੱਢ ਰਹੇ ਸੀ, ਜਿੱਥੇ ਪੱਤਰਕਾਰਾਂ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਸਿੱਧੂ ਮੂਸੇਵਾਲਾ ਕਤਲकांड ਜਿਹੜਾ ਹੈ ਉਸ ਦਾ ਜ਼ਿਕਰ ਕਰਦੇ ਹਾਂ। ਦਰਅਸਲ ਇਹ ਕਤਲकांड ਜੋ ਜਾਣਕਾਰੀ ਪੁਲਿਸ ਸੋਰਸਿਸ ਤੋਂ ਆ ਰਹੀ ਹੈ ਕਿ ਰੰਗਦਾਰੀ ਦਾ ਮਸਲਾ ਨਹੀਂ ਸੀ ਜਾਂ ਜਬਰੀ ਵਸੂਲੀ ਦਾ ਮਸਲਾ ਨਹੀਂ ਸੀ, ਇਹ ਇੱਕ ਟਸਲ ਸੀ। ਔਰ ਮੂਸੇਵਾਲਾ ਤੋਂ ਕੋਈ ਰੰਗਦਾਰੀ ਪੁਲਿਸ ਦਾ ਕਹਿਣਾ ਹੈ ਕਿ ਨਹੀਂ ਮੰਗੀ ਗਈ। ਇਹ ਬਦਲਾ ਲੈਣ ਦੇ ਲਈ ਕਤਲ ਕੀਤਾ ਗਿਆ ਸੀ, ਕਿਉਂਕਿ ਜਿਹੜੇ ਕਾਤਲ ਨੇ ਉਹ ਸਮਝਦੇ ਸੀ ਸਿੱਧੂ ਮੂਸੇਵਾਲਾ ਨੂੰ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਜ਼ਿੰਮੇਵਾਰ, और इस करके उन्होंने सिद्धू मूसेवाला का कतल किया।
ਲਾਰੈਂਸ ਬਿਸ਼ਨੋਈ ਤੋਂ ਜੋ ਪੁੱਛਗਿੱਛ ਹੋ ਰਹੀ ਹੈ, ਪੰਜਾਬ ਪੁਲਿਸ ਦੇ ਸੋਰਸਿਸ ਇਸ ਬਾਬਤ ਇਹ ਦੱਸ ਰਹੇ ਨੇ ਕਿ ਉਸ ਦੇ ਵਿੱਚ ਇਹ ਨਿਕਲ ਕੇ ਆ ਰਿਹਾ ਕਿ ਵਿੱਕੀ ਮਿੱਡੂ ਖੇੜਾ ਦਾ ਜੋ ਕਤਲ ਹੋਇਆ ਪਿਛਲੇ ਦਿਨੀ, ਸੋ ਉਸ ਤੋਂ ਬਾਅਦ ਤਕਰਾਰ ਵਧੀ ਜੋ ਵੱਖ-ਵੱਖ ਗਰੁੱਪਾਂ ਦੇ ਵਿੱਚ, ਔਰ ਸਿੱਧੂ ਮੂਸੇਵਾਲਾ ਨੂੰ ਕਿਤੇ ਨਾ ਕਿਤੇ ਇਹ ਜ਼ਿੰਮੇਦਾਰ ਸਮਝਦੇ ਸੀ ਇਹ ਲਾਰੈਂਸ ਗਰੁੱਪ ਦੇ ਬੰਦੇ, ਔਰ ਇਸ ਕਰਕੇ ਉਹਨਾਂ ਵੱਲੋਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ। ਸੋ ਸਿੱਧੂ ਮੂਸੇਵਾਲਾ ਦਾ ਕਤਲ ਇਹ ਲਾਰੈਂਸ ਬਿਸ਼ਨੋਈ ਤੋਂ ਜੋ ਪੁੱਛਗਿੱਛ ਹੋ ਰਹੀ ਹੈ ਉਸ ਦੇ ਮੁਤਾਬਿਕ ਬਦਲਾ ਲੈਣ ਦੇ ਲਈ ਕੀਤਾ ਗਿਆ ਸੀ। ਇਸ ਦੇ ਵਿੱਚ ਕੋਈ ਰੰਗਦਾਰੀ ਜਾਂ ਜਬਰੀ ਵਸੂਲੀ ਦਾ ਐਂਗਲ ਨਹੀਂ ਸੀ। ਇਹ ਚੀਜ਼ ਪੁੱਛਗਿੱਛ ਦੇ ਵਿੱਚੋਂ ਨਿਕਲ ਕੇ ਆ ਰਹੀ ਹੈ ਜੋ ਪੁਲਿਸ ਸੋਰਸਿਸ ਦੱਸ ਰਹੇ ਨੇ। ਸੋ ਵਿੱਕੀ ਮਿੱਡੂ ਖੇੜਾ, ਜਿਸ ਦਾ ਪਿਛਲੇ ਸਮੇਂ ਦੇ ਵਿੱਚ ਮਰਡਰ ਹੋਇਆ ਸੀ ਮੋਹਾਲੀ ਦੇ ਵਿੱਚ, ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਔਰ ਉਸ ਤੋਂ ਬਾਅਦ ਇਹ ਜਿਹੜਾ ਗੈਂਗ ਹੈ ਲਾਰੈਂਸ ਬਿਸ਼ਨੋਈ ਦਾ, ਇਹ ਲਗਾਤਾਰ ਐਕਟਿਵ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਬਾਬਤ ਕੋਈ ਵੱਡਾ ਕਾਂਡ ਕਰਨ ਨੂੰ ਲੈ ਕੇ। ਔਰ ਸਿੱਧੂ ਮੂਸੇਵਾਲਾ ਦਾ ਕਤਲ ਕਾਂਡ, ਹਾਲਾਂਕਿ ਇਹ ਇੱਕ ਬਹੁਤ ਵੱਡੀ ਜਿਹੜੀ ਦੁਰਘਟਨਾ, ਬਹੁਤ ਵੱਡੀ ਘਟਨਾ ਪੂਰੇ ਆਲ ਵਰਲਡ ਦੇ ਵਿੱਚ ਇਸ ਦਾ ਜਿਹੜਾ ਰੋਸ ਹੈ ਉਹ ਗਿਆ, ਪਰ ਜੋ ਹੁਣ ਪੁੱਛਗਿੱਛ ਦੇ ਵਿੱਚ ਖੁਲਾਸੇ ਹੋ ਰਹੇ ਨੇ ਜਾਂ ਲਾਰੈਂਸ ਬਿਸ਼ਨੋਈ ਕੀ ਕਹਿ ਰਿਹਾ ਉਹ ਅਸੀਂ ਇਸ ਬਾਬਤ ਦੱਸ ਰਹੇ ਹਾਂ। ਲਾਰੈਂਸ ਨੇ ਹੀ ਰੇਕੀ ਤੇ ਕਤਲ ਦੀ ਪਲੈਨਿੰਗ ਕੀਤੀ ਸੀ, ਇਹ ਵੀ ਪੁਲਿਸ ਦੇ ਸੋਰਸਿਸ ਕਹਿ ਰਹੇ ਨੇ। ਲਾਰੈਂਸ ਨੂੰ ਕਤਲ ਦੀ ਤਰੀਕ ਬਾਰੇ ਪਤਾ ਨਹੀਂ ਸੀ, ਪਰ ਲਾਰੈਂਸ ਨੇ ਸਾਰੀ ਪਲੈਨਿੰਗ ਕੀਤੀ ਸੀ। ਕਤਲ ਤੋਂ ਕੁਝ ਦਿਨ ਪਹਿਲਾਂ ਲਾਰੈਂਸ ਦੇ ਕੋਲ ਫੋਨ ਨਹੀਂ ਸੀ, ਤਿਹਾੜ ਜੇਲ੍ਹ 'ਚ ਸਖਤੀ ਦੇ ਚੱਲਦਿਆਂ ਲਾਰੈਂਸ ਦੇ ਕੋਲ ਫੋਨ ਨਹੀਂ ਸੀ, ਪਰ ਸਾਰਾ ਜਿਹੜਾ ਜਾਲ ਵਿਛਾਇਆ ਗਿਆ ਸੀ ਉਹ ਲਾਰੈਂਸ ਬਿਸ਼ਨੋਈ ਵੱਲੋਂ ਹੀ ਵਿਛਾਇਆ ਗਿਆ ਸੀ, ਜੋ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਨਿਕਲ ਕੇ ਆ ਰਿਹਾ ਹੈ। ਔਰ ਲਾਰੈਂਸ ਇਹ ਕਹਿ ਰਿਹਾ ਹੈ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਕਿ ਕਤਲ ਵਾਲੇ ਦਿਨ ਦਾ ਉਸ ਨੂੰ ਨਹੀਂ ਪਤਾ ਸੀ, ਪਰ ਉਸ ਤੋਂ ਪਹਿਲਾਂ ਜੋ ਰੇਕੀ ਕੀਤੀ ਗਈ ਸੀ ਜਾਂ ਉਸ ਤੋਂ ਪਹਿਲਾਂ ਜੋ ਗਤੀਵਿਧੀਆਂ ਚੱਲ ਰਹੀਆਂ ਸੀ ਉਸ ਬਾਰੇ ਲਾਰੈਂਸ ਨੂੰ ਪੂਰੀ ਜਾਣਕਾਰੀ ਸੀ, ਔਰ ਜਿਹੜੀ ਕਤਲ ਦੀ ਪਲੈਨਿੰਗ ਸੀ ਉਹ ਵੀ ਲਾਰੈਂਸ ਵੱਲੋਂ ਹੀ ਕੀਤੀ ਗਈ ਸੀ। ਤਾਂ ਪੰਜਾਬ ਪੁਲਿਸ ਨੂੰ ਇਸ ਵੇਲੇ 4 ਸ਼ੂਟਰਾਂ ਦੀ ਤਲਾਸ਼ ਹੈ। 4 ਸ਼ੂਟਰ ਜਿਹੜੇ ਨੇ ਉਹ ਪੁਲਿਸ ਦੀ ਹਿੱਟ ਲਿਸਟ ਤੇ ਨੇ, ਉਹਦੇ 'ਚ ਪੁਲਿਸ ਇਹਨਾਂ ਦੀ ਤਲਾਸ਼ ਕਰ ਰਹੀ ਹੈ। ਇੱਕ ਦਾ ਨਾਮ ਹੈ ਜਗਰੂਪ ਰੂਪਾ ਤੇ ਦੂਸਰਾ ਹੈ ਮਨਪ੍ਰੀਤ ਮਨੂ ਖੁੱਸਾ, ਜਿਸ ਦਾ ਨਾਮ ਮਨਪ੍ਰੀਤ ਮਨੂ ਖੁੱਸਾ। ਇਹਨਾਂ ਦੋਨਾਂ ਦੀ ਤਲਾਸ਼ ਹੈ। ਇਸ ਤੋਂ ਇਲਾਵਾ ਤੀਸਰਾ ਜਿਹੜਾ ਸ਼ੂਟਰ ਹੈ ਪ੍ਰਿਯਵਰਤ ਫੌਜੀ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਬਲੈਰੋ ਗੱਡੀ 'ਚ ਤੇਲ ਪਵਾਉਂਦੇ ਦੀਆਂ। ਔਰ ਚੌਥਾ ਹੈ ਅੰਕਿਤ ਸੇਰਸਾ। ਜਿਹੜਾ ਜਗਰੂਪ ਰੂਪਾ ਹੈ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜਿਸ ਦੀ ਪੁਲਿਸ ਨੂੰ ਤਲਾਸ਼ ਹੈ, ਕਿਉਂਕਿ ਪੁਲਿਸ ਮੁੱਖ ਤੌਰ ਤੇ ਇਸ ਕਤਲकांड ਦੇ ਜਿਹੜੇ ਦੋਸ਼ੀ ਨੇ ਉਹ 4 ਸ਼ੂਟਰਾਂ ਨੂੰ ਮੰਨ ਰਹੀ ਹੈ ਕਿ ਬੰਦੇ ਭਾਵੇਂ ਉੱਥੇ ਜ਼ਿਆਦਾ ਸੀ, ਪਰ 4 ਜਿਹੜੇ ਮੇਨ ਸ਼ੂਟਰ ਸੀ ਜਿਨ੍ਹਾਂ ਵੱਲੋਂ ਗੋਲੀਆਂ ਬਰਸਾਈਆਂ ਗਈਆਂ ਸੀ। ਪ੍ਰਿਯਵਰਤ ਫੌਜੀ ਜਿਹੜਾ ਉਹ ਸੋਨੀਪਤ ਦਾ ਹੈ, ਔਰ ਇੱਕ ਇਸ ਦੇ ਨਾਲ ਹੋਰ ਜਿਹੜਾ ਹੈ ਚੌਥਾ ਸ਼ੂਟਰ ਹੈ ਉਹ ਅੰਕਿਤ ਸੇਰਸਾ, ਜਿਹੜਾ ਇਹ ਵੀ ਸੋਨੀਪਤ ਦਾ ਰਹਿਣ ਵਾਲਾ ਹੈ। ਸੋ ਇਹ 4 ਜਿਹੜੇ ਸ਼ੂਟਰ ਨੇ ਇਹਨਾਂ ਦੀ ਪੁਲਿਸ ਨੂੰ ਤਲਾਸ਼ ਹੈ। ਤੇ ਗੱਲ ਕਰਦੇ ਆ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦਾ। ਇਸ ਦਾ ਵਿਰੋਧ ਹੁਣ ਪੰਜਾਬ 'ਚ ਵੀ ਸ਼ੁਰੂ ਹੋ ਗਿਆ। ਮੁੱਖ ਮੰਤਰੀ ਮਾਨ ਵੱਲੋਂ ਵਿਰੋਧ ਕੀਤਾ ਗਿਆ ਤਾਂ ਹੁਣ ਆਮ ਆਦਮੀ ਪਾਰਟੀ ਇੱਕ ਪ੍ਰੈਸ ਕਾਨਫਰੰਸ ਕਰ ਰਹੀ ਹੈ, ਔਰ ਅਗਨੀਪਥ ਤੇ ਅੱਜ ਸੀਐਮ ਮਾਨ ਨੂੰ ਹੁਣ ਕੁਝ ਮਿੰਟ ਪਹਿਲਾਂ ਸੁਣ ਰਹੇ ਸੀ ਤਾਂ ਉਹਨਾਂ ਨੇ ਸਿੱਧਾ ਕਿਹਾ ਕਿ ਇਹ ਅਪਮਾਨ ਹੈ ਫੌਜੀਆਂ ਦਾ। ਪ੍ਰੈਸ ਕਾਨਫਰੰਸ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ। ਯਾਨੀ ਕਿ ਦੇਸ਼ 'ਚ ਪਿਛਲੇ 45 ਸਾਲਾਂ 'ਚ ਇਤਿਹਾਸਿਕ ਬੇਰੋਜ਼ਗਾਰੀ ਦਰ ਵਧਿਆ, ਬੇਰੋਜ਼ਗਾਰ ਵਧਿਆ, ਔਰ ਸਿਰਫ ਤੇ ਸਿਰਫ ਬੀਜੇਪੀ ਸਰਕਾਰ ਨੇ ਝੂਠੇ ਲਾਰੇ, ਝੂਠੇ ਦਾਅਵੇ ਦੇਣ ਦੀ ਕੋਸ਼ਿਸ਼ ਕੀਤੀ ਆ, ਲੋਕਾਂ ਨੂੰ ਗੁੰਮਰਾਹ ਕੀਤਾ, ਔਰ ਉਸੇ ਕੜੀ 'ਚ ਜਿਹੜੀ ਇਹ ਅਗਨੀਪਥ ਯੋਜਨਾ ਲੈ ਕੇ ਆ ਰਿਹਾ ਆ, ਉਹ ਵੀ ਸਿੱਧਾ ਕੋਝਾ ਨੌਜਵਾਨਾਂ ਦਾ ਮਜ਼ਾਕ ਹੈ, ਦੇਸ਼ ਦੀ ਫੌਜ ਦਾ ਅਪਮਾਨ ਹੈ ਕਿ ਤੁਸੀਂ ਇਹੀ 5 ਕਰੋੜ ਰੋਜ਼ਗਾਰ ਦੇਣ ਦਾ ਵਾਅਦਾ ਕਰਦੇ ਸੀ। ਆ ਮੋਦੀ ਸਾਹਿਬ ਨੂੰ ਸਾਡਾ ਸਵਾਲ ਹੈ, ਔਰ ਹੈਰਾਨੀ ਉਦੋਂ ਹੁੰਦੀ ਆ ਕਿ ਆਪਾਂ ਸਾਰਿਆਂ ਨੇ ਦੇਖਿਆ ਪਿਛਲੇ ਸਾਲਾਂ 'ਚ ਕਦੀ ਅਮਿਤ ਸ਼ਾਹ ਜਿਹੜੇ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਹੈ ਉਹ ਕਹਿ ਦਿੰਦੇ ਤੁਸੀਂ ਪਕੌੜੇ ਬਣਾਓ, ਇਹ ਵੀ ਰੋਜ਼ਗਾਰ ਹੈ। ਕਦੀ ਕਿਸੇ ਤਰੀਕੇ ਨਾਲ ਦੇਸ਼ ਦੇ ਨੌਜਵਾਨਾਂ ਦਾ ਮਜ਼ਾਕ ਉਡਾਇਆ, ਕਦੀ ਕਿਸੇ ਤਰੀਕੇ ਨਾਲ, ਔਰ ਨੌਕਰੀ ਦੇਣ ਦੇ ਨਾਂ ਤੇ ਸਿਰਫ ਦੇਸ਼ ਦੇ ਸਾਰੀਆਂ ਸੰਸਥਾਵਾਂ ਦਾ ਪ੍ਰਾਈਵੇਟਾਈਜੇਸ਼ਨ ਕੀਤਾ ਹੈ।
ਔਰ ਜਿਹੜਾ ਕੰਮ ਕਰਨ ਜਾ ਰਹੇ ਆ, ਇਹ ਤੇ ਆਪਣੇ ਆਪ 'ਚ ਅਗਨੀਪਥ ਦੇ ਨਾਂ ਤੇ ਦੇਸ਼ ਨੂੰ ਅੱਗ ਲਾਉਣ ਦੀ ਗੱਲ ਹੈ। ਔਰ ਉਹਦਾ ਕੱਲ ਇੱਕ ਸਾਨੂੰ ਮੰਦਭਾਗਾ ਜਿਹੜੀ ਖਬਰ ਮਿਲੀ ਆ, ਔਰ ਅਸੀਂ ਮੋਦੀ ਸਾਹਿਬ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ, ਇਮੀਡੀਏਟਲੀ ਇਹ ਜਿਹੜੀ ਯੋਜਨਾ ਹੈ ਤੁਹਾਡੀ, ਜਿਹਦੇ 'ਚ ਨਾ ਤੇ ਉਹਦੇ ਭਵਿੱਖ ਨੂੰ ਲੈ ਕੇ ਕੋਈ ਤੁਹਾਡੇ ਵੱਲੋਂ ਯੋਜਨਾ ਹੈ, ਨਾ ਸੈਨਾ ਦੀ ਜਿਹੜੀ ਸੇਵਾ ਆ, ਦੇਸ਼ ਭਗਤੀ ਦੀ ਜਿਹੜੀ ਸੇਵਾ ਦੀ ਜਿਹੜੀ ਭਾਵਨਾ, ਉਹਦਾ ਵੀ ਮਜ਼ਾਕ ਹੈ। ਦੇਸ਼ ਦੀ ਸੇਵਾ 'ਚ ਫੌਜ ਭਰਤੀ ਹੋਣਾ ਆਪਣੇ ਆਪ 'ਚ ਇੱਕ ਬਹੁਤ ਵੱਡੀ ਪ੍ਰਾਊਡ ਦੀ ਗੱਲ ਹੈ। ਲੇਕਿਨ ਇਹ ਲੱਗਦਾ ਹੈ ਕਿ ਮੋਦੀ ਸਾਹਿਬ ਦੀ ਸਰਕਾਰ ਜਿਸ ਤਰੀਕੇ ਨਾਲ ਪਿਛਲੇ 8 ਸਾਲਾਂ 'ਚ ਪ੍ਰਾਈਵੇਟ ਅਦਾਰਿਆਂ ਨੂੰ ਫਾਇਦਾ ਪਹੁੰਚਾਉਂਦੀ ਰਹੀ ਆ, ਉਸੇ ਹੀ ਫਾਇਦਾ ਪਹੁੰਚਾਉਣ ਵਾਲੀ ਕੜੀ 'ਚ 4 ਸਾਲ ਸਰਕਾਰੀ ਖਰਚੇ ਤੇ ਟ੍ਰੇਨ ਕਰਕੇ ਨੌਜਵਾਨਾਂ ਨੂੰ, ਅੰਬਾਨੀ ਔਰ ਅਡਾਨੀਆਂ ਨੂੰ ਸਿੱਧਾ ਪ੍ਰਾਈਵੇਟ ਘਰਾਣਿਆਂ ਨੂੰ ਸਿਕਿਉਰਿਟੀ ਗਾਰਡ ਦੇਣ ਦਾ ਜਿਹੜੀ ਇਹ ਮੁਹਿੰਮ ਸ਼ੁਰੂ ਕਰ ਰਹੀ ਹੈ, ਇਹਨੂੰ ਅਸੀਂ ਕੰਡੈਮ ਕਰਦੇ ਹਾਂ, ਇਹਦੀ ਨਿੰਦਿਆ ਕਰਦੇ ਹਾਂ ਔਰ ਮੋਦੀ ਸਾਹਿਬ ਦੀ ਸਰਕਾਰ ਨੂੰ ਕਹਿੰਦੇ ਆ ਵੀ ਇਮੀਡੀਏਟਲੀ ਜਿਹੜੀ ਇਹ ਯੋਜਨਾ ਇਹਨੂੰ ਵਾਪਸ ਲਿਆ ਜਾਵੇ। ਇਹਦੇ ਨਾਲ ਇੱਕ ਵਿਸ਼ਾ ਹੋਰ ਮੈਂ ਅੱਜ ਤੁਹਾਡੇ ਧਿਆਨ ਤਾਂ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਗਨੀਪਥ ਸਕੀਮ ਦਾ। ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਕਰ ਰਹੇ ਨੇ। ਦੇਸ਼ ਦੇ ਕਈ ਸੂਬਿਆਂ 'ਚ ਫੌਜ ਦੀ ਨਵੀਂ ਭਰਤੀ ਯੋਜਨਾ ਅਗਨੀਪਥ ਦਾ ਜ਼ਬਰਦਸਤ ਵਿਰੋਧ ਹੋ ਰਿਹਾ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਨੌਜਵਾਨ ਸੜਕਾਂ ਤੇ ਉਤਰੇ ਨੇ, ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਨੇ। ਹਰਿਆਣਾ ਦੇ ਸ਼ਹਿਰ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਉਧਰ ਹਿਮਾਚਲ ਦੇ ਕੁਝ ਹਿੱਸਿਆਂ 'ਚ ਵੀ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਅਗਨੀਪਥ ਤੇ ਜਿਹੜੀ ਵਿਰੋਧ ਦੀ ਅੱਗ ਹੈ, ਇਹ ਜਿਨ੍ਹਾਂ ਥਾਵਾਂ ਤੇ ਦੇਖਣ ਨੂੰ ਮਿਲ ਰਹੀ ਹੈ, ਉੱਥੋਂ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਬੱਲਭਗੜ੍ਹ, ਜੀਂਦ, ਹਿਸਾਰ, ਭਿਵਾਨੀ, ਰੋਹਤਕ, ਨਾਰਨੌਲ, ਫਰੀਦਾਬਾਦ, ਹਮੀਰਪੁਰ, ਹਿਮਾਚਲ, ਇਹ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਨੇ। ਕਈ ਜਗ੍ਹਾ ਤੇ ਵਿਰੋਧ ਪ੍ਰਦਰਸ਼ਨ ਕਾਫੀ ਹਿੰਸਕ ਹੋ ਗਏ ਔਰ ਨੌਜਵਾਨਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ। ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਅੱਗ ਲੱਗਣ ਤੱਕ ਦੀਆਂ ਘਟਨਾਵਾਂ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰਦੀਆਂ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕੀਤਾ ਹੈ ਕਿ ਫੌਜ ਦਾ ਕੋਈ ਸਤਕਾਰ ਨਹੀਂ, ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ। 4 ਸਾਲਾਂ ਬਾਅਦ ਇਹ ਬੱਚੇ ਕਿੱਥੇ ਜਾਣਗੇ, ਕੀ ਕਰਨਗੇ? ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ, ਉਹਨਾਂ ਨੂੰ ਅਗਨੀਪਥ ਤੇ ਚਲਾ ਕੇ ਉਹਨਾਂ ਦੇ ਸਬਰ ਨੂੰ ਨਾ ਪਰਖੋ, ਫੌਜ ਨੂੰ ਫੌਜ ਰਹਿਤ ਦਿਓ। ਇਹ ਟਵੀਟ ਰਾਜਾ ਵੜਿੰਗ ਵੱਲੋਂ ਕੀਤਾ ਗਿਆ ਹੈ। ਹਰਸਿਮਰਤ ਕੌਰ ਬਾਦਲ ਨੇ ਵੀ ਇੱਕ ਟਵੀਟ ਕੀਤਾ ਹੈ। ਹਰਸਿਮਰਤ ਕੌਰ ਬਾਦਲ ਨੇ ਟਵੀਟ 'ਚ ਲਿਖਿਆ ਹੈ ਕਿ ਭਾਰਤੀ ਫੌਜ 'ਚ ਅਸਥਾਈ ਭਰਤੀ ਸਾਡੇ ਸੈਨਾ ਦੇ ਅਨੁਸ਼ਾਸਨ ਤੇ ਮਨੋਬਲ ਲਈ ਨੁਕਸਾਨਦੇਹ ਹੋਏਗੀ। ਇੰਜ ਲੱਗਦਾ ਹੈ ਜਿਵੇਂ ਭਾਰਤ ਸਰਕਾਰ ਨੇ ਨੋਟਬੰਦੀ ਅਤੇ ਖੇਤੀ ਕਾਨੂੰਨਾਂ ਵਰਗੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ। ਅਜਿਹੀਆਂ ਸਕੀਮਾਂ ਲਿਆਉਣ ਤੋਂ ਪਹਿਲਾਂ ਚਿੰਤਾਵਾਂ ਦੂਰ ਕਰਨੀਆਂ ਚਾਹੀਦੀਆਂ ਨੇ। ਤੇ ਅਗਨੀਪਥ ਤੇ ਚੱਲ ਰਹੇ ਇਸ ਬਵਾਲ ਦੇ ਵਿਚਾਲੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਇੱਕ ਵੱਡਾ ਬਿਆਨ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਨੌਜਵਾਨਾਂ ਦੇ ਬਿਹਤਰ ਭਵਿੱਖ ਦੇ ਲਈ ਹੈ। ਅਗਨੀਵੀਰ ਨੌਜਵਾਨਾਂ ਦੀ ਪਛਾਣ ਬਣੇਗੀ। ਨੌਜਵਾਨਾਂ ਨੂੰ ਉਹਨਾਂ ਨੇ ਸ਼ਾਂਤੀ ਬਹਾਲ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਫੌਜ 'ਚ ਭਰਤੀ ਦੀ ਨੌਜਵਾਨ ਤਿਆਰੀ ਕਰਨ ਬਜਾਏ ਕਿ ਪ੍ਰੋਟੈਸਟ ਕਰਨ ਦੇ। ਇਹ ਰਾਜਨਾਥ ਸਿੰਘ ਦਾ ਦੇਸ਼ ਦੇ ਰੱਖਿਆ ਮੰਤਰੀ ਦਾ ਬਿਆਨ ਹੈ। केंद्र सरकार द्वारा घोषित की गई अग्निपथ योजना भारत के नौजवानों को देश की रक्षा व्यवस्था से जुड़ने और देश की सेवा करने का एक सुनहरा अवसर देता है। अग्निवीर हूं, यह उनकी ताजिंदगी के लिए पहचान बन जाती है। पिछले 2 साल से सेना में भर्ती की प्रक्रिया न होने के कारण बहुत से नौजवानों को सेना में भर्ती होने का अवसर नहीं मिला। यह सच्चाई है। इसलिए युवाओं के भविष्य को ध्यान में रखते हुए और उनके प्रति संवेदनशीलता दिखाते हुए प्रधानमंत्री जी के अनुमोदन पर सरकार ने फैसला किया है कि अग्निवीरों की भर्ती की आयु सीमा को इस बार बढ़ाकर 21 से 23 वर्ष कर दिया जाए। यह वन टाइम रिलैक्सेशन दिया गया है। इससे बहुत सारे नौजवानों को अग्निवीर बनने की पात्रता स्वतः मिल जाएगी। और मैं यह भी कहना चाहता हूं कि भर्ती प्रक्रिया कुछ ही दिनों में प्रारंभ होने जा रही है। मैं सभी नौजवानों से अपील करता हूं कि सेना में भर्ती होने की वह तैयारी करें और इसका पूरा लाभ उठाएं। धन्यवाद। ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਪਿਛਲੇ 2 ਸਾਲਾਂ ਤੋਂ ਕੋਰੋਨਾ ਮਹਾਮਾਰੀ ਕਰਕੇ ਫੌਜ ਭਰਤੀ ਪ੍ਰਕਿਰਿਆ ਪ੍ਰਭਾਵਿਤ ਹੋਈ ਸੀ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਨੀਪਥ ਯੋਜਨਾ 'ਚ ਉਹਨਾਂ ਨੌਜਵਾਨਾਂ ਦੀ ਚਿੰਤਾ ਕਰਦੇ ਹੋਏ 2 ਸਾਲ ਦੀ ਰਿਆਇਤ ਦੇ ਕੇ ਉਮਰ ਹੱਦ 21 ਸਾਲ ਤੋਂ ਵਧਾ ਕੇ 23 ਸਾਲ ਕਰਨ ਦਾ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ
ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਫਾਇਦਾ ਹੋਏਗਾ। ਤੇ ਇਸ ਵਿਰੋਧ ਦੇ ਵਿਚਾਲੇ ਫੌਜ ਮੁਖੀ ਮਨੋਜ ਪਾਂਡੇ ਦਾ ਇੱਕ ਵੱਡਾ ਬਿਆਨ ਆਇਆ ਹੈ। ਉਹਨਾਂ ਕਿਹਾ ਹੈ ਕਿ 2 ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਹੋਏਗਾ ਔਰ ਜਲਦ ਅਗਨੀਪਥ ਯੋਜਨਾ ਦੇ ਵਿੱਚ ਭਰਤੀ ਸ਼ੁਰੂ ਹੋ ਜਾਏਗੀ। ਅਗਨੀਪਥ ਯੋਜਨਾ ਨੌਜਵਾਨਾਂ ਦੇ ਲਈ ਫਾਇਦੇਮੰਦ ਹੈ। ਨੌਜਵਾਨਾਂ ਨੂੰ ਯੋਜਨਾ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਯੋਜਨਾ ਦੇ ਤਹਿਤ ਭਰਤੀ ਲਈ ਉਮਰ 21 ਤੋਂ 23 ਸਾਲ ਵਧਾਈ ਗਈ है। हमारी यूनिट्स और फॉर्मेशंस इस परिवर्तन या अग्निपथ स्कीम को अपनाने के लिए पूरी तरह तैयार और उत्सुक है। हमारा ये भी प्रयास है कि जल्दी से जल्दी हमारे आखिरी जवान तक इस स्कीम के बारे में हम जानकारी उनको प्रदान करें। दूसरी बात, जहाँ तक युवाओं का सवाल है, मेरी यह राय है कि उनको ये स्कीम के बारे में पूरी तरह अभी तक जानकारी सही तरह से मिली नहीं है। एक बार ये समझ जाएंगे पूरे स्कीम के बारे में तो उन्हें विश्वास होगा कि यह स्कीम ना सिर्फ युवाओं के लिए बल्कि राष्ट्र और भारतीय थल सेना तीनों के लिए फ़ायदेमंद और ज़रूरी है। भारत सरकार ने अग्निपथ योजना की घोषणा की है, जिसके द्वारा नौजवान आर्म फोर्सेस में भर्ती हो सकते हैं। इस योजना में भर्ती की आयु 17.5 से 21 साल रखी गई है। मुझे ये बताते हुए खुशी है कि पहली भर्ती के लिए उम्र की अपर एज लिमिट 23 साल कर दी गई है। इस चेंज से नौजवानों को फायदा होगा। मुझे भरोसा है कि युवा बड़ी संख्या में भर्ती के लिए अप्लाई करेंगे। वायुसेना की भर्ती प्रक्रिया 24 जून से आरंभ होगी। ਤੇ ਉਧਰ ਇਸ ਯੋਜਨਾ ਦੇ ਵਿਰੋਧ 'ਚ ਮਥੁਰਾ ਦੇ ਵਿੱਚ ਵੀ ਹਿੰਸਕ ਪ੍ਰਦਰਸ਼ਨ ਹੋਏ ਨੇ। ਨੌਜਵਾਨਾਂ ਨੇ ਹਾਈਵੇ ਤੇ ਹੰਗਾਮਾ ਕੀਤਾ, ਬੱਸਾਂ ਤੇ ਪਥਰਾਅ ਕੀਤਾ ਗਿਆ। ਭਾਰੀ ਪੁਲਿਸ ਬਲ ਨੂੰ ਮੌਕੇ ਤੇ ਬੁਲਾਉਣਾ ਪਿਆ। ਭਾਰੀ ਪੁਲਿਸ ਬਲ ਮੌਕੇ ਤੇ ਪਹੁੰਚਿਆ ਔਰ ਉਹਨਾਂ ਵੱਲੋਂ ਭੀੜ ਨੂੰ ਤਿੱਤਰ ਬਿੱਤਰ ਕੀਤਾ ਗਿਆ। ਇਹ ਤਸਵੀਰਾਂ ਨੇ ਬੱਸ ਦੀ ਭੰਨਤੋੜ ਕੀਤੀ ਗਈ। ਬੱਸ ਦੇ ਵਿੱਚੋਂ ਧੂਆਂ ਨਿਕਲ ਰਿਹਾ, ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਸੋ ਇਹ ਤਸਵੀਰਾਂ ਨੇ ਉਸ ਮੌਕੇ ਦੀਆਂ ਜਦੋਂ ਪੁਲਿਸ ਨੂੰ ਭੀੜ ਨੂੰ ਖੰਡਾਉਣ ਦੇ ਲਈ ਉੱਥੇ ਲਾਠੀ ਚਾਰਜ ਕਰਨਾ ਪਿਆ, अथरू गैस के गोले छड्डने पे और सुरक्षा बलों की उत्थे वध तैनाती करनी पई। एक छोटा कमर्शियल ब्रेक, जल्द वापस आने हैं।